ਸਤਿ ਸ਼੍ਰੀ ਅਕਾਲ ਜੀ। ਸਵਾਗਤ ਕਰਦੇ ਹਾਂ ਅਪੈਕਸ ਅਕੈਡਮੀ ਬਠਿੰਡਾ ਦੇ ਵਿੱਚ। ਸਟੂਡੈਂਟਸ ਤੁਹਾਡੇ ਲਈ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਮਾਸਟਰ ਕੈਡਰ ਦੀਆਂ ਜਿਹੜੀਆਂ ਕਲਾਸਿਸ ਨੇ ਉਹ ਸਟਾਰਟ ਹੋ ਚੁੱਕੀਆਂ ਨੇ ਔਰ ਇੰਗਲਿਸ਼ ਦੀ ਜਿਹੜੀ ਮਾਸਟਰ ਕੈਡਰ ਦੀ ਕਲਾਸ ਹੈ ਉਹ ਆਪਾਂ ਸਟਾਰਟ ਕਰਨ ਜਾ ਰਹੇ ਹਾਂ। ਔਰ ਸਭ ਤੋਂ ਪਹਿਲਾਂ ਕਿ ਕਲਾਸ ਆਪਾਂ ਸਟਾਰਟ ਕਰੀਏ, ਤੁਹਾਨੂੰ ਜਿਹੜੀਆਂ ਹੈਗੀਆਂ ਨੇ ਮਾਘੀ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ। ਔਰ ਫਸਟ ਆਫ ਆਲ ਸਟੂਡੈਂਟਸ ਆਪਾਂ ਜਿਹੜਾ ਹੈਗਾ ਇਹਦੇ ਵਿੱਚ ਸਿਲੇਬਸ ਡਿਸਕਸ ਕਰਾਂਗੇ ਔਰ ਨਾਲ ਹੀ ਇਹ ਦੇਖਾਂਗੇ ਕਿ ਜਿਹੜੀਆਂ ਹੈਗੀਆਂ ਨੇ ਇਹ ਮਾਸਟਰ ਕੈਡਰ ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਨੇ ਕੁਐਸਚਨਸ ਕਿੱਦਾਂ ਦੇ ਫਰੇਮ ਹੋ ਕੇ ਆਉਂਦੇ ਨੇ। ਔਰ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਪਾਂ ਸਿੰਪਲ ਵੇ ਦੇ ਨਾਲ ਜਿਹੜੇ ਹੈਗੇ ਨੇ ਸਾਰੀਆਂ ਸਿਲੇਬਸ ਡਿਸਕਸ ਕੀਤਾ ਜਾਏਗਾ ਔਰ ਜਿਹੜੀ ਸਾਰੀ ਸਟੱਡੀ ਤੁਹਾਨੂੰ ਕਰਵਾਈ ਜਾਏਗੀ। ਸੋ ਫਸਟ ਆਫ ਆਲ ਜਿਹੜਾ ਇਹਦਾ ਸਟਾਰਟ ਕਰਦੇ ਹਾਂ ਅੱਜ ਦੇ ਸਿਲੇਬਸ ਦੇ ਨਾਲ। ਸੋ ਦੇਖਦੇ ਹਾਂ ਆਪਾਂ ਆਪਣਾ ਸਿਲੇਬਸ ਕਿ ਕਿਹੜੇ-ਕਿਹੜੇ ਜਿਹੜੇ ਹੈਗੇ ਨੇ ਸਬਜੈਕਟ ਜਾਂ ਜਿਹੜੇ ਹੈਗੇ ਨੇ ਟੌਪਿਕਸ ਆਪਾਂ ਨੇ ਵਿੱਚ ਆਉਣਗੇ ਸਿਲੇਬਸ ਦੇ। ਔਰ ਫਸਟ ਜਿਹੜਾ ਹੈਗਾ ਜੀ ਇੰਡੀਅਨ ਇੰਗਲਿਸ਼ ਰਾਈਟਰਸ। ਇੰਡੀਅਨ ਇੰਗਲਿਸ਼ ਰਾਈਟਰਸ ਜਿੱਦਾਂ ਕਿ ਬਹੁਤ ਸਾਰੇ ਜਿਹੜੇ ਹੋਏ ਨੇ ਇੰਡੀਆ ਦੇ ਵਿੱਚ ਬਹੁਤ ਸਾਰੇ ਰਾਈਟਰਸ ਹੋਏ ਨੇ ਜਾਂ ਆਥਰਸ ਹੋਏ ਨੇ ਜਾਂ ਪੋਇਟਸ ਹੋਏ ਨੇ ਜਿਨ੍ਹਾਂ ਨੇ ਇੰਗਲਿਸ਼ ਦੇ ਵਿੱਚ ਬਹੁਤ ਸਾਰੀਆਂ ਰਾਈਟਿੰਗਸ ਲਿਖੀਆਂ ਨੇ। ਔਰ ਇਹਨਾਂ ਦੇ ਰਾਈਟਰਸ ਦੇ ਬਾਰੇ ਸਵਾਲ ਆਪਾਂ ਨੂੰ ਕਿੱਦਾਂ ਆਉਂਦੇ ਨੇ ਕਿ ਇਹਨਾਂ ਦੇ ਕਰੈਕਟਰਸ ਪੁੱਛੇ ਜਾਂਦੇ ਨੇ ਜਾਂ ਫਿਰ ਜਿਹੜੀਆਂ ਹੈਗੀਆਂ ਨੇ ਇਹਨਾਂ ਨੇ ਕਿਹੜੀ ਸੈਂਚੁਰੀ ਨੂੰ ਬਿਲੋਂਗ ਕਰਦੇ ਨੇ। ਐਦਾਂ ਦੇ ਸਵਾਲ ਜਿਹੜੇ ਆਪਾਂ ਨੂੰ ਬਣ ਕੇ ਆਉਂਦੇ ਨੇ। ਸੋ ਇਹ ਜਿਹੜਾ ਹੈਗਾ ਫਸਟ ਇੰਡੀਅਨ ਇੰਗਲਿਸ਼ ਰਾਈਟਰਸ ਇਹ ਜਿਹੜਾ ਡਿਸਕਸ ਕੀਤਾ ਜਾਵੇ ਕਲਾਸ ਦੇ ਵਿੱਚ 1 ਬਾਏ 1 ਜਿਹੜੇ ਹੈਗੇ ਨੇ ਟੌਪਿਕਸ ਤੁਹਾਨੂੰ ਡਿਟੇਲ ਦੇ ਵਿੱਚ ਸਟੱਡੀ ਕਰਵਾਏ ਜਾਣਗੇ। ਔਰ ਨਾਲ ਹੀ ਥੋੜੇ ਜਿਹੇ ਕੁਐਸਚਨਸ ਵੀ ਲੈ ਕੇ ਆਏ ਆ, ਤੁਹਾਨੂੰ ਇੱਕ ਵਾਰੀ ਦਿਖਾ ਦਿੱਤਾ ਜਾਵੇਗਾ ਕਿ ਕਿੱਦਾਂ ਦੇ ਜਿਹੜੇ ਹੈਗੇ ਨੇ ਉਹ ਬਣਦੇ ਨੇ। ਇਸ ਤਰ੍ਹਾਂ ਨੰਬਰ 2 ਤੇ ਆਪਣੇ ਕੋਲ ਹੈਗਾ ਨੰਬਰ 2 ਐਲਿਜ਼ਾਬੈਥਨ ਏਜ। ਐਲਿਜ਼ਾਬੈਥਨ ਏਜ ਕੀ ਸੀਗੀ ਔਰ ਇਸ ਦੇ ਵਿੱਚ ਜਿਹੜੇ ਵੀ ਇੰਗਲਿਸ਼ ਪੋਇਟਸ ਹੋਏ ਨੇ ਔਰ ਸਪੈਂਸਰ ਹੋਇਆ ਜਾਂ ਮਿਲਟਨ ਹੋਇਆ ਜਾਂ ਸ਼ੇਕਸਪੀਅਰ ਹੋਇਆ ਜਾਂ ਕੋਈ ਵੀ ਚੌਸਰ ਜਿੰਨੇ ਵੀ ਕਿਹੜਾ ਜਿਹੜਾ ਹੈਗਾ ਪੋਇਟ ਹੈ ਕਿਸ ਸੈਂਚੁਰੀ ਨੂੰ ਬਿਲੋਂਗ ਕਰਦਾ, ਉਹ ਐਲਿਜ਼ਾਬੈਥਨ ਏਜ ਨੂੰ ਬਿਲੋਂਗ ਕਰਦਾ ਜਾਂ ਜੈਕੋਬੀਅਨ ਨੂੰ ਬਿਲੋਂਗ ਕਰਦਾ ਜਾਂ ਅਗਸਟਨ ਪੀਰੀਅਡ ਨੂੰ ਬਿਲੋਂਗ ਕਰਦਾ, ਇਹ ਸਾਰੀ ਸਟੱਡੀ ਕਰਵਾਈ ਜਾਵੇਗੀ। ਸੋ ਇੱਕ ਵਾਰੀ ਸਿਲੇਬਸ ਦੇਖ ਲੈਂਦੇ ਹਾਂ। ਫਸਟ ਜਿਹੜਾ ਹੈਗਾ ਇੰਡੀਅਨ ਇੰਗਲਿਸ਼ ਰਾਈਟਰਸ, ਅਗਰ ਤੁਸੀਂ ਇਹਦੀ ਸਕਰੀਨਸ਼ਾਟ ਲੈਣਾ ਚਾਹੋ ਤਾਂ ਉਹ ਵੀ ਲੈ ਸਕਦੇ ਹੋ। ਦੈਨ ਜਿਹੜਾ ਆਏਗਾ ਜੀ ਐਲਿਜ਼ਾਬੈਥਨ ਏਜ। ਐਲਿਜ਼ਾਬੈਥਨ ਏਜ ਦੇ ਵਿੱਚ ਜਿਹੜੇ ਹੈਗੇ ਨੇ ਪੋਇਟਸ ਆਥਰਸ ਜੋ ਵੀ ਹੋਏ ਨੇ ਔਰ ਜੋ ਉਹ ਵੀ ਉਹਨਾਂ ਦੇ ਸਵਾਲ ਬਣਦੇ ਨੇ ਉਹ ਡਿਸਕਸ ਕੀਤੇ ਜਾਣਗੇ। ਦੈਨ ਜਿਹੜੀ ਹੈਗੀ ਆ ਜੈਕੋਬੀਅਨ ਟੂ ਰੈਸਟੋਰੇਸ਼ਨ ਪੀਰੀਅਡ ਹੈ, ਇਹਦੇ ਵਿੱਚ ਕਿਹੜਾ ਕਿੰਗ ਹੋਇਆ ਸੀ ਜਾਂ ਇਹਦੇ ਟਾਈਮ ਦੇ ਵਿੱਚ ਡਿਊਰਿੰਗ ਦਿਸ ਪੀਰੀਅਡ ਕਿਹੜੇ-ਕਿਹੜੇ ਜਿਹੜੇ ਆਥਰ ਜਾਂ ਪੋਇਟਸ ਹੋਏ ਸੀਗੇ ਉਹ। ਦੈਨ ਜਿਹੜਾ ਹੈਗਾ ਅਗਸਟਨ ਏਜ, ਜਿਹੜੇ ਕਿ ਬਹੁਤ ਹੀ ਜਿਹੜੇ ਇੰਪੋਰਟੈਂਟ ਜਿਨ੍ਹਾਂ ਦੇ ਵਿੱਚੋਂ ਸਵਾਲ ਬਣ ਕੇ ਆਉਂਦੇ ਨੇ। ਦੈਨ ਜਿਹੜਾ ਹੈਗਾ ਵਿਕਟੋਰੀਅਨ ਪੀਰੀਅਡ। ਵਿਕਟੋਰੀਅਨ ਪੀਰੀਅਡ ਦੇ ਵਿੱਚ ਕਿਹੜੇ ਪੋਇਟਸ ਹੋਏ ਸੀ, ਮਾਡਰਨ ਪੀਰੀਅਡ ਦੇ ਵਿੱਚ ਇੰਡੀਆ ਦੇ ਵਿੱਚ ਜਾਂ ਫਿਰ ਅਗਰ ਫੋਰਨ ਦੇ ਵਿੱਚ ਦੇਖੀਏ ਤਾਂ ਕਿਹੜੇ ਪੋਇਟਸ ਹੋਏ ਸੀਗੇ। ਉਸ ਤੋਂ ਬਾਅਦ ਜਿਹੜਾ ਹੈਗਾ ਮੋਸਟ ਇੰਪੋਰਟੈਂਟ ਹੈ ਕੰਟੈਂਪਰੇਰੀ ਪੀਰੀਅਡ। ਕੰਟੈਂਪਰੇਰੀ ਪੀਰੀਅਡ ਦੇ ਵਿੱਚੋਂ ਕਾਫੀ ਸਵਾਲ ਬਣ ਕੇ ਆਉਂਦੇ ਨੇ ਔਰ ਤੁਹਾਡੀਆਂ ਲਿਟਰੇਰੀ ਟਰਮਸ ਦੇ ਵਿੱਚੋਂ ਕਾਫੀ ਸਵਾਲ ਬਣ ਕੇ ਆਉਂਦੇ ਨੇ। ਔਰ ਕੁਝ ਜਿਹੜਾ ਪੋਰਸ਼ਨ ਹੈਗਾ ਜੀ ਗ੍ਰਾਮਰ ਔਰ ਲਿੰਗੁਇਸਟਿਕ ਦਾ, ਜਿਹਦੇ ਵਿੱਚੋਂ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਨੇ ਉਹ ਬਣ ਕੇ ਆਉਂਦੇ ਨੇ। ਸੋ ਇਹ ਸੀਗਾ ਸਟੂਡੈਂਟਸ ਤੁਹਾਡਾ ਮਾਸਟਰ ਕੈਡਰ ਦਾ ਸਿਲੇਬਸ ਜਿਹੜਾ ਕਿ ਆਪਾਂ ਡਿਸਕਸ ਕੀਤਾ ਹੈ। ਇੱਕ ਵਾਰੀ ਤੁਸੀਂ ਅਗਰ ਇਹਨਾਂ ਦੀ ਸਕਰੀਨਸ਼ਾਟ ਲੈਣਾ ਚਾਹੋ ਤਾਂ ਉਹ ਲੈ ਸਕਦੇ ਹੋ। ਆਪਾਂ ਜਿਹੜੀ ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਨ ਜਾ ਰਹੇ ਹਾਂ ਉਹ ਹੈਗੇ ਨੇ ਜੀ ਇੰਡੀਅਨ ਇੰਗਲਿਸ਼ ਰਾਈਟਰਸ, ਜਿਨ੍ਹਾਂ ਨੇ ਇੰਡੀਆ ਦੇ ਹੋ ਕੇ ਔਰ ਇੰਗਲਿਸ਼ ਰਾਈਟਰਸ ਰਿਟਨ ਦੇ ਵਿੱਚ ਲਿਖੀਆਂ ਨੇ ਔਰ ਉਹਨਾਂ ਦੇ ਵਿੱਚੋਂ ਕਈ ਪੋਇਟਸ ਵੀ ਹੋਏ ਨੇ, ਆਥਰਸ ਵੀ ਹੋਏ ਨੇ ਜਾਂ ਫਿਰ ਜਿਨ੍ਹਾਂ ਨੇ ਪ੍ਰੋਜ਼ ਦੀ ਰਾਈਟਿੰਗ ਕੀਤੀ ਹੈ, ਉਹ ਸਾਰੇ ਆਪਾਂ ਡਿਸਕਸ ਕਰਾਂਗੇ। ਸੋ ਇਹ ਸੀਗਾ ਜੀ ਅੱਜ ਦਾ ਸਿਲੇਬਸ। ਔਰ ਦੇਖਦੇ ਹਾਂ ਸਕਰੀਨ ਤੇ ਪਹਿਲਾ ਸਵਾਲ ਕੀ ਹੈ। ਹਾਂਜੀ, ਦ ਬੈਸਟ ਵਰਡ ਦੈਟ ਫਿਟਸ ਬੈਸਟ ਫॉर ਆਰ ਕੇ ਨਾਰਾਇਣਨ। ਆਰ ਕੇ ਨਾਰਾਇਣਨ ਜਿਹੜੇ ਕਿ ਇੰਗਲਿਸ਼ ਦੇ ਬਹੁਤ ਹੀ ਵਧੀਆ ਆਥਰ ਰਹੇ ਨੇ ਉਸ ਟਾਈਮ ਤੇ। ਇਹਨਾਂ ਨੇ ਫਿਕਸ਼ਨ ਨੂੰ ਜਿਹੜਾ ਹੈਗਾ ਸੀ ਪ੍ਰਮੋਟ ਕੀਤਾ। ਇਹਨਾਂ ਨੇ ਇੱਕ ਇਮੈਜਨਰੀ ਵਰਲਡ ਜਿਹੜਾ ਸੀਗਾ ਉਹ ਲੈ ਕੇ ਆਏ ਸੀਗੇ, ਜਿਹਨੂੰ ਆਪਾਂ ਮਾਲਗੁਡੀ ਦੇ ਨਾਮ ਨਾਲ ਜਾਣਦੇ ਆ। ਮਾਲਗੁਡੀ ਡੇਜ਼ ਦੇ ਨਾਮ ਨਾਲ ਤੁਹਾਨੂੰ ਯਾਦ ਆ ਗਿਆ ਹੋਏਗਾ। ਆਰ ਕੇ ਨਾਰਾਇਣਨ ਇਹਨਾਂ ਦੀਆਂ ਕਾਫੀ ਫੇਮਸ ਜਿਹੜੀਆਂ ਹੈਗੀਆਂ ਨੇ ਫੇਮਸ ਇਹਨਾਂ ਦੀਆਂ ਰਚਨਾਵਾਂ ਤੇ ਜਾਂ ਇਹਨਾਂ ਦੀਆਂ ਰਾਈਟਿੰਗਸ ਤੇ ਮਟੀਰੀਅਲ ਵਗੈਰਾ ਵੀ ਬਣੇ ਨੇ ਔਰ ਬਹੁਤ ਸਾਰੀਆਂ ਮੂਵੀਜ਼ ਵਗੈਰਾ ਵੀ ਬਣੀਆਂ ਨੇ, ਉਹਨਾਂ ਨੂੰ ਵੀ ਆਪਾਂ ਦੇਖਾਂਗੇ। ਸੋ ਆਰ ਕੇ ਨਾਰਾਇਣ ਦਾ ਬੈਸਟ ਵਰਡ ਦੈਟ ਫਿਟਸ ਬੈਸਟ ਫॉर ਆਰ ਕੇ ਨਾਰਾਇਣ। ਆਰ ਕੇ ਨਾਰਾਇਣ ਦੇ ਲਈ ਜਿਹੜਾ ਹੈਗਾ ਇੱਕ ਸ਼ਬਦ ਆਪਾਂ ਵਰਤ ਸਕਦੇ ਹਾਂ, ਉਹ ਕਿਹੜਾ ਯੂਜ਼ ਕੀਤਾ ਜਾ ਸਕਦਾ ਹੈ, ਰੀਜਨਲ, ਯੂਨੀਵਰਸਲ, ਯੂਨੀਫਾਰਮਿਟੀ ਜਾਂ ਨਨ। ਸੋ ਇਹਨਾਂ ਦੇ ਵਿੱਚ ਜੇ ਅਗਰ ਆਰ ਕੇ ਨਾਰਾਇਣ ਦੀ ਗੱਲ ਕਰੀਏ ਤਾਂ ਫਸਟ ਇਹਨਾਂ ਦਾ ਆਨਸਰ ਹੋਏਗਾ ਜੀ ਰੀਜਨਲ, ਕਿਉਂਕਿ ਉਹਨਾਂ ਨੇ ਖੇਤਰੀ ਜਿਹੜੀ ਹੈਗੀ ਆ ਜਾਂ ਸਿੰਪਲ ਜਾਂ ਕਾਮਨ ਮੈਨ ਦੀ ਜਿਹੜੀ ਹੈਗੀ ਆ ਉਹਨਾਂ ਦੀ ਲਾਈਫ ਨੂੰ ਜ਼ਿਆਦਾ ਡਿਪਿਕਟ ਕੀਤਾ। ਬਹੁਤ ਹੀ ਵਧੀਆ ਢੰਗ ਨਾਲ ਉਹਨਾਂ ਦੇ ਲਾਈਫ ਨੂੰ ਜਿਹੜਾ ਹੈਗਾ ਬਿਆਨ ਕੀਤਾ ਹੈ। ਇਸ ਤਰ੍ਹਾਂ ਇਹਨਾਂ ਦਾ ਆਰ ਕੇ ਨਾਰਾਇਣ ਦਾ ਫਸਟ ਆਨਸਰ ਹੋਏਗਾ ਜੀ ਰੀਜਨਲ। ਸੋ ਉਸ ਦੇ ਨਾਲ ਹੀ ਨੈਕਸਟ ਕੁਐਸਚਨ ਦੇਖਦੇ ਹਾਂ।
ਆਰ ਕੇ ਨਰਾਇਣ ਇਜ਼ ਕੰਟੈਂਟ ਲਾਈਕ ਜੇਨ ਅਸਟਨ। ਹਾਂਜੀ, ਜੇਨ ਅਸਟਨ ਜਿਹੜੇ ਕਿ ਬਹੁਤ ਹੀ ਫੇਮਸ ਜੇਨ ਅਸਟਨ ਆਥਰ ਹੋਏ ਨੇ। ਸੋ ਉਹਨਾਂ ਦੇ ਜਿਹੜੇ ਹੈਗੇ ਨੇ ਸਿਲੇਬਸ ਜਿਹੜਾ ਵੀ ਸਬਜੈਕਟ ਹੁੰਦਾ ਸੀ ਜਾਂ ਉਹਨਾਂ ਦੇ ਕਰੈਕਟਰਸ ਹੁੰਦੇ ਸੀ, ਉਹ ਕਹਿ ਰਹੇ ਨੇ ਕਿ ਕਿਸ ਕ੍ਰਿਟਿਕ ਨੇ ਇਹ ਗੱਲ ਕਹੀ ਹੈ ਜਾਂ ਕਿਸ ਨੇ ਇਹ ਕਮੈਂਟ ਕੀਤਾ ਹੈ ਕਿ ਆਰ ਕੇ ਨਰਾਇਣ ਦੇ ਜਾਂ ਦਾ ਕੰਟੈਂਟ ਸੀਗਾ ਜੇਨ ਅਸਟਨ ਦੇ ਨਾਲ ਮਿਲਦਾ ਜੁਲਦਾ ਹੈ, ਉਹਨਾਂ ਦੇ ਸਿਮਿਲਰ ਹੁੰਦਾ ਹੈ। ਸੋ ਆਪਣੇ ਕੋਲ ਜਿਹੜੇ ਹੈਗੇ ਨੇ ਉਹ ਚਾਰ ਆਪਸ਼ਨਸ ਨੇ। ਨਾਇਕ ਨੇ ਜਿਹੜੇ ਹੈਗੇ ਨੇ ਕ੍ਰਿਟਿਕ, ਉਹਨਾਂ ਨੇ ਇਹ ਕਮੈਂਟ ਕੀਤਾ ਹੈ, ਜਾਂ ਫਿਰ ਪ੍ਰੋਫੈਸਰ ਸ਼੍ਰੀਨਿਵਾਸਨ ਨੇ, ਜਾਂ ਫਿਰ ਡੇਵਿਡ ਨੇ, ਜਾਂ ਫਿਰ ਵਿਲੀਅਮ ਨੇ, ਜਿਨ੍ਹਾਂ ਨੇ ਇਹ ਗੱਲ ਕਹੀ ਹੈ। ਸੋ ਆਰ ਕੇ ਨਰਾਇਣ ਦਾ ਕੰਟੈਂਟ ਜਿਹੜਾ ਹੈਗਾ ਜੇਨ ਅਸਟਨ ਦੇ ਨਾਲ ਮਿਲਦਾ ਜੁਲਦਾ ਹੈ ਜਾਂ ਮੈਚ ਕਰਦਾ ਹੈ। ਇਹਨਾਂ ਨੂੰ ਕਹਿਣ ਵਾਲੇ ਨੇ ਪ੍ਰੋਫੈਸਰ ਸ਼੍ਰੀਨਿਵਾਸਨ। ਸੋ ਇਸ ਨੂੰ ਯਾਦ ਰੱਖਣਾ ਹੈ। ਪ੍ਰੋਫੈਸਰ ਸ਼੍ਰੀਨਿਵਾਸਨ ਸੀਗੇ ਜਿਹੜੇ, ਉਹਨਾਂ ਨੇ ਇਹ ਗੱਲ ਕੀਤੀ ਸੀ। So next question is, who is the author of the guide? Who is the author of the guide? So the guide ਦੀ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਕਿ the guide ਤੇ ਜਿਹੜੀ ਹੈਗੀ ਹੈ ਇੱਕ ਮੂਵੀ ਵੀ ਬਣ ਚੁੱਕੀ ਹੈ, ਔਰ ਇਹ the guide ਜਿਹੜਾ ਸੀਗਾ ਨੋਵਲ ਸੀ ਉਸ ਟਾਈਮ ਤੇ। ਆਰ ਕੇ ਨਰਾਇਣਨ ਦੀ ਜਿਹੜੀ ਹੈਗੀ ਆ, ਆਰ ਕੇ ਨਰਾਇਣਨ ਨੇ ਇਹ ਨੋਵਲ ਲਿਖਿਆ ਸੀ ਜਿਹਦੇ ਤੇ ਮੂਵੀ ਬਣੀ ਸੀ। ਲਾਸਟ ਜਿਹੜੀਆਂ ਆਉਣ ਵਾਲੇ ਲੈਕਚਰਸ ਦੇ ਵਿੱਚ ਆਪਾਂ ਇਹਨਾਂ ਨੂੰ ਹੋਰ ਵੀ ਜਿਹੜਾ ਹੈਗਾ ਵਿਆਖਿਆ ਕਰਕੇ ਦੇਖਾਂਗੇ, ਕਿਉਂਕਿ ਇਹਨਾਂ ਦੇ ਵਿੱਚੋਂ ਬਹੁਤ ਸਾਰੇ ਕਰੈਕਟਰਸ ਨੇ, ਇਹਨਾਂ ਦੇ ਨਾਮ ਵੀ ਆਪਣੇ ਕੋਲ ਮੈਂਸ਼ਨ ਹੋ ਕੇ ਆਉਂਦੇ ਨੇ ਕਿ ਕਿਹੜੇ ਕਰੈਕਟਰ ਦਾ ਜਿਹੜਾ ਹੈਗਾ ਜਾਂ ਕਿਹੜਾ ਕਰੈਕਟਰ ਹੈ ਉਹ ਕਿਸ ਨੋਵਲ ਨੂੰ ਰਿਲੇਟ ਕਰਦਾ ਹੈ, ਕਿਸ ਨੋਵਲ ਦੇ ਨਾਲ ਰਿਲੇਟ ਕਰਦਾ ਹੈ। ਸੋ ਹੂ ਇਜ਼ ਦਾ ਆਥਰ ਆਫ ਦਾ ਗਾਈਡ? ਆਥਰ ਆਫ ਦਾ ਗਾਈਡ ਕੌਣ ਸੀਗੇ ਜੀ? ਆਰ ਕੇ ਨਰਾਇਣਨ, ਜਿਹੜੇ ਕਿ ਇਹਨਾਂ ਨੇ ਨੋਵਲ ਲਿਖਿਆ ਸੀ। ਨੈਕਸਟ ਹੈ, who wrote the astrologer's day? Who wrote the astrologer's day? ਜਿਹੜਾ ਇਹ ਵਾਲਾ ਨੋਵਲ ਹੈ ਜਾਂ ਸਟੋਰੀ ਹੈ, ਇਹ ਕਿਸਨੇ ਲਿਖੀ ਹੋਈ ਹੈ? ਇੱਕ ਸ਼ਾਰਟ ਸਟੋਰੀ ਹੈ ਜੀ, ਇੱਕ ਸ਼ਾਰਟ ਸਟੋਰੀ ਹੈ ਐਸਟ੍ਰੋਲਜਰਸ ਡੇ, ਸ਼ਾਰਟ ਸਟੋਰੀ ਹੈ। ਔਰ ਇਹ ਕਿਸ ਦੀ ਲਿਖੀ ਹੋਈ ਹੈ? ਵੈਸੇ ਜਿੰਨੇ ਵੀ ਆਪਾਂ ਕਰ ਰਹੇ ਹਾਂ ਹੁਣ ਆਰ ਕੇ ਨਰਾਇਣਨ ਦੇ ਹੀ ਜਿਹੜੇ ਹੈਗੇ ਨੇ ਕੁਐਸਚਨਸ ਨੇ, ਸੋ ਆਪਾਂ ਨੂੰ ਪਤਾ ਤਾਂ ਲੱਗ ਹੀ ਗਿਆ ਕਿ ਆਰ ਕੇ ਨਰਾਇਣਨ ਨੇ। ਇਹਦੇ ਵਿੱਚ ਜਿਹੜੇ ਹੋਰ ਵੀ ਕੁਐਸਚਨਸ ਬਣਦੇ ਨੇ ਉਹਨਾਂ ਨੂੰ ਤੁਹਾਨੂੰ ਦੱਸ ਦਿੰਨੇ ਆ ਕਿ ਐਸਟ੍ਰੋਲਜਰਸ ਡੇ ਜਿਹੜੀ ਹੈਗੀ ਆ ਇੱਕ ਸ਼ਾਰਟ ਸਟੋਰੀ ਹੈ, ਨਾਲ ਨਾਲ ਜਿਹੜੀ ਹੈਗੀ ਆ ਇੱਕ ਸਸਪੈਂਸ ਸਟੋਰੀ ਵੀ ਹੈ। ਇਹਦੇ ਵਿੱਚ ਇੱਕ ਬਹੁਤ ਹੀ ਵਧੀਆ ਢੰਗ ਨਾਲ ਆਥਰ ਨੇ ਇੱਕ ਸਸਪੈਂਸ ਕ੍ਰੀਏਟ ਕੀਤਾ ਹੋਇਆ ਹੈ। ਨੈਕਸਟ ਦੇਖਦੇ ਹਾਂ। ਔਰ ਸਟੂਡੈਂਟਸ, ਮਾਸਟਰ ਕੇਡਰ ਦੀਆਂ ਸਾਡੀਆਂ ਆਫਲਾਈਨ ਆਨਲਾਈਨ ਕਲਾਸਿਸ ਜੋ ਔਰ ਕੋਰਸਿਸ ਸਟਾਰਟ ਹੋ ਚੁੱਕੇ ਨੇ, ਔਰ ਜਿੰਨਾ ਵੀ ਆਪਾਂ ਸਿਲੇਬਸ ਤੁਹਾਨੂੰ ਮੈਂਸ਼ਨ ਕੀਤਾ ਹੈ ਕਿ ਇੰਡੀਅਨ ਰਾਈਟਰਸ ਨੇ ਜਾਂ ਫਿਰ ਜਿਹੜੀਆਂ ਹੈਗੀਆਂ ਨੇ ਐਲਿਜ਼ਾਬੈਥਨ ਏਜ ਹੈ, ਜੈਕੋਬੀਅਨ ਏਜ ਹੈ, ਅਗਸਟਨ ਏਜ ਹੈ, ਵਿਕਟੋਰੀਅਨ ਏਜ ਹੈ, ਇਹਨਾਂ ਦੀ ਜਿਹੜੀ ਹੈਗੀ ਆ ਹਿਸਟਰੀ ਸਟਾਰਟਿੰਗ ਤੋਂ ਲੈ ਕੇ ਪੂਰੀ ਪ੍ਰੋਪਰ ਜਿਹੜੀ ਹੈਗੀ ਆ ਢੰਗ ਨਾਲ ਤੁਹਾਨੂੰ ਸਟੱਡੀ ਕਰਵਾਈ ਜਾਵੇਗੀ, ਔਰ ਨਾਲ ਹੀ ਜਿਹੜਾ ਸਿੰਪਲ ਵੇ ਦੇ ਨਾਲ ਤੁਹਾਨੂੰ ਇੱਕ ਪੂਰੀ ਡਿਟੇਲ ਜਿਹੜੀ ਹੈਗੀ ਆ ਸਟੱਡੀ ਕੀਤੀ ਜਾਵੇਗੀ। ਔਰ ਇਸ ਦੇ ਨਾਲ ਹੀ ਅਗਰ ਤੁਹਾਨੂੰ ਕੋਈ ਵੀ ਜਾਣਕਾਰੀ ਚਾਹੀਦੀ ਹੈ ਆਪਣੇ, ਤਾਂ ਉੱਪਰ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸਾਡੀਆਂ ਕਲਾਸਿਸ ਜਿਹੜੀਆਂ ਹੈਗੀਆਂ ਨੇ ਉਹ ਇੰਗਲਿਸ਼ ਦੀਆਂ ਸਟਾਰਟ ਹੋ ਚੁੱਕੀਆਂ ਨੇ, ਮਾਸਟਰ ਕੇਡਰ ਦੀਆਂ। ਔਰ ਤੁਸੀਂ ਕਰਨਾ ਕੀ ਹੈ, ਪਲੇ ਸਟੋਰ ਦੇ ਵਿੱਚ ਜਾ ਕੇ ਆਪਣੀ ਐਪ ਡਾਊਨਲੋਡ ਕਰਕੇ ਔਰ ਜਿੰਨੇ ਵੀ ਕੋਰਸਿਸ ਤੁਹਾਨੂੰ ਚਾਹੀਦੇ ਨੇ ਉਹ ਤੁਸੀਂ ਜੁਆਇਨ ਕਰ ਸਕਦੇ ਹੋ। ਨੈਕਸਟ ਸਵਾਲ ਦੇਖਦੇ ਹਾਂ। ਮਿਸਟਰ ਸੰਪਤ ਜਿਹੜੇ ਸੀਗੇ, who was the creation of? ਮਿਸਟਰ ਸੰਪਤ ਜਿਹੜਾ ਹੈਗਾ ਸੀ ਇੱਕ ਕਰੈਕਟਰ ਹੈ, ਔਰ ਇਸ ਤੇ ਇਹਨਾਂ ਨੇ ਇੱਕ ਨੋਵਲ ਵੀ ਲਿਖਿਆ ਹੈ। ਨੋਵਲ ਦਾ ਨਾਮ ਵੀ ਹੈ ਔਰ ਕਰੈਕਟਰ ਦੇ ਨੋਵਲ ਦੇ ਵਿੱਚ ਜਿਹੜੇ ਕਰੈਕਟਰ ਨੇ ਉਹਨਾਂ ਦਾ ਨਾਮ ਵੀ ਹੈ ਮਿਸਟਰ ਸੰਪਤ was the creation of। ਔਰ ਮਿਸਟਰ ਸੰਪਤ ਜਿਹੜੀ ਸੀਗੀ ਉਹ ਕਿਹਨਾਂ ਦੀ ਕ੍ਰੀਏਸ਼ਨ ਹੈ? ਜਿੱਦਾਂ ਕਿ ਆਪਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਜਿਹੜੇ ਵੀ ਹੈਗੇ ਨੇ ਆਪਣੀਆਂ ਸਾਰੀਆਂ ਰਾਈਟਿੰਗਸ ਨੇ ਉਹ ਆਰ ਕੇ ਨਰਾਇਣਨ ਦੀਆਂ ਜਿਹੜੀਆਂ ਰਾਈਟਿੰਗਸ ਨੂੰ ਲੈ ਕੇ ਇੱਕ ਵਾਰੀ ਤੁਹਾਨੂੰ ਓਵਰਵਿਊ ਦੇਣ ਲੱਗੇ ਸੀਗੇ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਕਿੱਦਾਂ ਦੇ ਜਿਹੜੇ ਕੁਐਸਚਨਸ ਬਣ ਕੇ ਆਉਂਦੇ ਨੇ। ਇਹਨਾਂ ਦੇ ਨੋਵਲਸ ਜਿੰਨੇ ਵੀ ਨੇ ਜਾਂ ਇਹਨਾਂ ਦੀਆਂ ਪੋਇਟਰੀਜ਼ ਨੇ ਜਾਂ ਜਿੰਨੇ ਵੀ ਹੈਗੇ ਨੇ, ਇਹਨਾਂ ਦੇ ਕਰੈਕਟਰ ਨੂੰ ਲੈ ਕੇ ਬਹੁਤ ਸਵਾਲ ਆਉਂਦੇ ਨੇ, ਔਰ ਕਿਹੜਾ ਕਰੈਕਟਰ ਕਿਸ ਨੋਵਲ ਨਾਲ ਸੰਬੰਧਿਤ ਹੈ। ਸੋ ਇਹ ਸੀਗਾ ਮਿਸਟਰ ਸੰਪਤ, ਜਿਹੜੇ ਕਿ ਨੋਵਲਸ ਦੇ ਕਰੈਕਟਰ ਨੇ। ਆਰ ਕੇ ਨਰਾਇਣ ਦਾ ਪ੍ਰਸਿੱਧ ਜਿਹੜਾ ਨੋਵਲ ਹੋਇਆ ਹੈ। The subject that was dread to Narayan at the school was? ਕਿਹੜਾ ਸਬਜੈਕਟ ਸੀਗਾ? ਸਬਜੈਕਟ ਦੇ ਨਾਲ ਵੀ ਇੱਕ ਸਵਾਲ ਆ ਗਿਆ। The subject that was dread to Narayan at the school was? ਉਸ ਟਾਈਮ ਤੇ ਜਿਹੜੇ ਵੀ ਆਪਾਂ ਆਰ ਕੇ ਨਰਾਇਣਨ ਦੇ ਜਿੰਨੇ ਵੀ ਨੋਵਲਸ ਦੇਖਦੇ ਆ ਜਾਂ ਮਾਲਗੁਡੀ ਡੇਜ਼ ਦੀ ਗੱਲ ਕਰਦੇ ਆ ਜਾਂ ਉਹਦੇ ਵਿੱਚ ਜਿਹੜਾ ਸਵਾਮੀ ਨਾਂ ਦਾ ਕਰੈਕਟਰ ਹੁੰਦਾ ਸੀ,
ਸੋ ਉਹ ਕਿਸ ਸਬਜੈਕਟ ਤੋਂ ਜਾਂ ਕਿਸ ਵਿਸ਼ੇ ਤੋਂ ਜਿਹੜਾ ਹੈਗਾ ਸੀ ਉਹ ਡਰੈਡ ਸੀ, ਡਰਦਾ ਸੀ ਉਹ ਕਿਸ ਦੇ। ਸੋ ਹਿਸਟਰੀ ਸੀ, ਅਰਿਥਮੈਟਿਕ ਸੀ, ਜਿਓਗ੍ਰਾਫੀ ਸੀ ਜਾਂ ਇਕਨੋਮਿਕਸ ਸੀ। ਸੋ ਇਹਦਾ ਆਨਸਰ ਹੋਏਗਾ ਜੀ ਅਰਿਥਮੈਟਿਕ। ਅਰਿਥਮੈਟਿਕ ਤੋਂ ਜਿਹੜਾ ਹੈਗਾ ਸੀ ਆਰ ਕੇ ਨਾਰਾਇਣਨ ਦੇ ਨੋਵਲ ਦੇ ਵਿੱਚ ਉਹਨੂੰ ਪ੍ਰੈਜ਼ੈਂਟ ਕੀਤਾ ਗਿਆ, ਸਵਾਮੀ ਨੂੰ ਜਿਹੜਾ ਬੁਆਏ ਸੀਗਾ ਕਿ ਅਰਿਥਮੈਟਿਕ ਤੋਂ ਉਹਨੂੰ ਡਰ ਲੱਗਦਾ ਸੀ। ਨੈਕਸਟ ਹੈਗਾ ਜੀ ਇਨ ਸਵਾਮੀ ਐਂਡ ਹਿਸ ਫਰੈਂਡਸ ਦਾ ਕੰਪਲੀਟ ਨੇਮ ਆਫ ਸਵਾਮੀ। ਸਵਾਮੀ ਦਾ ਜਿਹੜਾ ਸਵਾਮੀ ਐਂਡ ਹਿਸ ਫਰੈਂਡਸ ਹੈ, ਇਹਦੇ ਵਿੱਚ ਜਿੰਨੀਆਂ ਵੀ ਇਸ ਦੇ ਨਾਮ ਤੇ ਵੀ, ਔਰ ਇਸ ਨੂੰ ਵੀ ਯਾਦ ਰੱਖਣਾ ਹੈ ਕਿ ਇਹਦੇ ਵਿੱਚ ਵੀ ਸੀਰੀਅਲ ਦੀ ਸੀਰੀਜ਼ ਕਾਫੀ ਟਾਈਮ ਪਹਿਲਾਂ ਜਿਹੜੀ ਹੈਗੀ ਆ ਚੱਲਦੀ ਹੁੰਦੀ ਸੀ, ਅੱਜ ਤੋਂ 10-15 ਸਾਲ ਪਹਿਲਾਂ, ਕਿ ਸਵਾਮੀ ਐਂਡ ਹਿਸ ਫਰੈਂਡਸ ਦੀਆਂ ਸੀਰੀਜ਼ ਚੱਲਦੀਆਂ ਸੀ। ਬਟ ਹੁਣ ਆਪਣੇ ਕੋਲ ਇਹਦਾ ਪੁੱਛਿਆ ਹੈ ਕਿ ਕੰਪਲੀਟ ਨੇਮ ਆਫ ਸਵਾਮੀ, ਸਵਾਮੀ ਦਾ ਕੰਪਲੀਟ ਨੇਮ ਕੀ ਹੈ। ਸੋ ਇਹਦੇ ਵਿੱਚ ਕਈ ਆਪਸ਼ਨਸ ਨੇ ਆਪਣੇ ਕੋਲ, ਸਵਾਮੀਨਾਥਨ, ਸਵਾਮੀ ਦਾਸ, ਸਵਾਮੀ ਨਾਰਾਇਣ ਜਾਂ ਫਿਰ ਗੋਪਾਲ। ਸੋ ਇਹਦੇ ਵਿੱਚ ਇਹ ਕਰਾਂਗੇ ਸਵਾਮੀਨਾਥਨ ਹੈ ਇੱਥੇ। ਸਵਾਮੀਨਾਥਨ ਜਿਹੜਾ ਸੀਗਾ ਉਹਦਾ ਕੰਪਲੀਟ ਨੇਮ ਸੀਗਾ। ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਬਿਊਟੀਫੁਲੀ ਜਿਹੜਾ ਹੈਗਾ ਆਥਰ ਨੇ ਡਿਪਿਕਟ ਕੀਤਾ ਹੈ ਉਸ ਟਾਈਮ ਦੀ ਜਿਹੜੀ ਹੈਗੀ ਆ ਸਿਚੁਏਸ਼ਨਸ ਨੂੰ। ਉਸ ਟਾਈਮ ਤੇ ਜਦੋਂ ਇੰਗਲਿਸ਼ ਜਿਹੜੇ ਹੈਗੇ ਸੀਗੇ ਕੰਪਨੀ ਵੀ ਰੂਲ ਕਰ ਰਹੀ ਸੀ, ਔਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਸੀਰੀਅਲ ਦੇ ਵਿੱਚ ਬਹੁਤ ਹੀ ਬਾਖੂਬੀ ਬਿਆਨ ਕੀਤੀਆਂ ਗਈਆਂ ਨੇ। ਸਵਾਮੀਨਾਥਨ ਨਾਂ ਦਾ ਇੱਕ ਕਰੈਕਟਰ ਸੀਗਾ ਜਿਹੜਾ ਬੁਆਏ ਸੀ, ਉਸਨੂੰ ਲੈ ਕੇ। ਦੈਨ ਜਿਹੜਾ ਹੈਗਾ ਨੈਕਸਟ ਸਵਾਲ ਹੈ ਐਸ ਆਈ ਯੰਗਰ ਰਿਗਾਰਡਸ ਦਾ ਐਂਡ ਆਫ ਦੀ ਡਾਰਕ ਰੂਮ, ਦਾ ਡਾਰਕ ਰੂਮ ਐਜ਼ ਦਾ ਸਰਾਯੂ। ਸਰਯੂ ਜਿਹੜੀ ਕਿ ਰਿਵਰ ਦਾ ਨੇਮ ਹੈ, ਸਰਯੂ ਰਿਵਰ ਇੱਕ ਡਾਰਕ ਰੂਮ ਦੇ ਵਿੱਚ, ਜਿਹੜਾ ਕਿ ਡਾਰਕ ਰੂਮ ਹੈ ਮੀਨਸ ਉਹਨੂੰ ਕਹਿ ਸਕਦੇ ਆ ਇੱਕ ਹਨੇਰ ਕੋਠੜੀ, ਇੱਕ ਹਨੇਰ ਕੋਠੜੀ ਜਿਹਦੇ ਵਿੱਚ ਜਿਹੜਾ ਹੈਗਾ ਬਿਆਨ ਕੀਤਾ ਗਿਆ ਇੱਕ ਵਿਮਨ ਲਈ, ਇੱਕ ਫੀਮੇਲ ਦੇ ਲਈ, ਇੱਕ ਫੀਮੇਲ ਕਰੈਕਟਰ ਦੇ ਲਈ ਆਪਣਾ ਘਰ ਹੀ ਇੱਕ ਡਾਰਕ ਰੂਮ ਬਣ ਜਾਂਦਾ ਹੈ। ਸੋ ਇੱਕ ਨੋਵਲ ਹੈ, ਬਹੁਤ ਹੀ ਵਧੀਆ ਢੰਗ ਨਾਲ ਉਸ ਟਾਈਮ ਦੀਆਂ ਜਿਹੜੀਆਂ ਸਿਚੁਏਸ਼ਨ ਨੇ ਜਿਹੜੀਆਂ ਕਿ ਬਿਆਨ ਕਰਦੀਆਂ ਨੇ ਇੱਕ ਫੀਮੇਲ ਦੀ ਸਿਚੁਏਸ਼ਨ ਨੂੰ। ਇਹਦੇ ਵਿੱਚ ਨਦੀ ਆਈ ਆ ਲਾਸਟ ਦੇ ਵਿੱਚ, ਜਿਹਦੇ ਵਿੱਚ ਜਿਹੜੀ ਹੈਗੀ ਆ ਮੇਨ ਕਰੈਕਟਰਸ ਵੀ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ 2 ਕਰੈਕਟਰਸ ਨੇ, ਇਹਨਾਂ ਦੇ ਸਵਾਲ ਵੀ ਆ ਜਾਂਦੇ ਨੇ ਕਿਉਂਕਿ ਇੱਕ ਰਮਨੀ ਨਾਂ ਦਾ ਕਰੈਕਟਰ ਹੋਇਆ, ਰਮਨੀ, ਔਰ ਉਸਦੇ ਨਾਲ ਹੀ ਇੱਕ ਹੋਰ ਜਿਹੜੀ ਹੈਗੀ ਆ ਫੀਮੇਲ ਕਰੈਕਟਰ ਹੈ ਸਵਿਤਰੀ। ਰਮਨੀ ਜਿਹੜਾ ਸੀਗਾ ਹਸਬੈਂਡ ਸੀ, ਔਰ ਸਵਿਤਰੀ ਜਿਹੜੀ ਸੀਗੀ ਉਹਦੀ ਵਾਈਫ ਸੀ, ਸਾਵਿਤਰੀ। ਸਵਿਤਰੀ ਜਿਹੜੀ ਹੈਗੀ ਆ ਉਹਦੀ ਵਾਈਫ ਸੀਗੀ, ਔਰ ਇਹਦੇ ਵਿੱਚ ਜਿਹੜੀ ਹੈਗੀ ਆ ਲਾਸਟ ਤੇ ਇਹ ਕੀ ਕਰਦੀ ਹੈ, ਆਪਣੀਆਂ ਡੇਲੀ ਲਾਈਫ ਦੀਆਂ ਸਿਚੁਏਸ਼ਨਸ ਤੋਂ ਤੰਗ ਆ ਕੇ, ਆਪਣੇ ਹਸਬੈਂਡ ਦੇ ਨੇਚਰ ਤੋਂ ਤੰਗ ਆ ਕੇ, ਉਹਦੇ ਬਿਹੇਵੀਅਰ ਤੋਂ ਜਿਹੜਾ ਹੈਗਾ ਅੱਕ ਚੁੱਕੀ ਸੀਗੀ, ਜਿਹੜੀ ਕਿ ਬਹੁਤ ਉਹਨੂੰ ਸਪਰੈਸ ਕਰਦਾ ਸੀ ਮੀਨਸ। ਔਰ ਲਾਸਟ ਤੇ ਉਹ ਕੀ ਕਰਦੀ ਹੈ, ਲਾਸਟ ਮੂਮੈਂਟ ਤੇ ਆ ਕੇ ਜਿਹੜੀ ਹੈਗੀ ਆ ਸਰਯੂ ਨਾਂ ਦੀ ਰਿਵਰ ਦੇ ਵਿੱਚ ਸੁਸਾਈਡ ਕਰਨ ਦੀ ਕੋਸ਼ਿਸ਼ ਕਰਦੀ ਹੈ ਡਾਰਕ ਰੂਮ ਦੇ ਵਿੱਚ। ਸੋ ਹੁਣ ਆਪਣੇ ਕੋਲ ਕੁਐਸਚਨ ਇਹ ਹੈ ਕਿ ਜਿਹੜੀ ਡਾਰਕ ਰੂਮ ਦੀ ਸਟੋਰੀ ਹੈ ਉਹ ਅਕੋਰਡਿੰਗ ਟੂ ਅਯੰਗਰ ਕਿਸ ਨੂੰ ਮੂਵ ਕਰਦੀ ਹੈ, ਉਹਦੇ ਅਕੋਰਡਿੰਗ ਇਹ ਸਟੋਰੀ ਦਾ ਕਨਕਲੂਜਨ ਕੀ ਹੋ ਸਕਦਾ ਹੈ। ਇਹ ਸਾਈਨਿਕਲ ਹੈ ਜੀ, ਰਾਈਟ ਕਨਕਲੂਜਨ ਹੈ, ਫਾਲਟੀ ਕਨਕਲੂਜਨ ਹੈ ਜਾਂ ਫਿਰ ਗੁੱਡ ਕਨਕਲੂਜਨ ਹੈ। ਸੋ ਇਹਦੇ ਵਿੱਚ ਜਿਹੜੇ ਸਰ ਅਯੰਗਰ ਨਾਂ ਦੇ ਕ੍ਰਿਟਿਕ ਹੋਏ ਨੇ ਜਾਂ ਆਥਰ ਹੋਏ ਨੇ, ਉਹਨਾਂ ਨੇ ਇਹ ਕਨਕਲੂਜਨ ਕੀਤਾ ਹੈ ਕਿ ਇਹ ਜਿਹੜਾ ਸੀਗਾ ਸਾਈਨਿਕਲ ਸੀ, ਮੀਨਸ ਪਤਾ ਨਹੀਂ ਸੀ ਸਨਕੀ ਟਾਈਪ ਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਕਿਉਂਕਿ ਲਾਸਟ ਤੇ ਜਦੋਂ ਆਪਾਂ ਦੇਖਾਂਗੇ ਇਹਨੂੰ ਨੋਵਲ ਨੂੰ ਡਿਸਕਸ ਕਰਾਂਗੇ ਕਲਾਸਿਸ ਦੇ ਵਿੱਚ, ਤੇ ਦੇਖਦੇ ਹਾਂ ਕਿ ਸਾਰੀ ਸਟੋਰੀ ਤੋਂ ਬਾਅਦ ਜਦੋਂ ਲਾਸਟ ਤੇ ਸੁਸਾਈਡ ਕਰਦੀ ਹੈ ਸਵਿਤਰੀ ਨਾਂ ਦਾ ਜਿਹੜਾ ਕਰੈਕਟਰ ਹੈ, ਤੇ ਬਾਅਦ ਵਿੱਚ ਫਿਰ ਉਹ ਆਪਣੇ ਘਰ ਵਿੱਚ ਵਾਪਸ ਆ ਜਾਂਦੀ ਹੈ, ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ। ਸੋ ਇਹ ਇਹਨੂੰ ਸਾਈਨਿਕਲ ਜਿਹੜਾ ਕਨਕਲੂਜਨ ਦਾ ਨਾਮ ਦਿੱਤਾ ਗਿਆ ਸਰ ਅਯੰਗਰ ਦੁਆਰਾ। ਨੈਕਸਟ ਹੈ ਮਨੀ ਸ਼ੰਕਰ ਰਾਜਮ ਸੋਨੂ ਸਵਾਮੀ ਸੈਮੂਅਲ ਆਰ ਫਾਊਂਡ ਇਨ। ਇਹ ਜਿੰਨੇ ਵੀ ਕਰੈਕਟਰਸ ਦੇ ਨੇਮ ਆਏ ਨੇ, ਮਨੀ ਸ਼ੰਕਰ ਰਾਜਮ ਸੋਨੂ ਸਵਾਮੀ, ਇਹ ਸਾਰੇ ਜਿਹੜੇ ਹੈਗੇ ਕਰੈਕਟਰਸ ਨੇ ਇਹ ਕਿਸ ਜਿਹੜੇ ਦੇ ਵਿੱਚ ਆਉਂਦੇ ਨੇ, ਬੈਚਲਰ ਆਫ ਆਰਟਸ ਦੇ ਵਿੱਚ ਨੇ, ਜਾਂ ਸਵਾਮੀ ਐਂਡ ਹਿਸ ਫਰੈਂਡਸ ਨੇ, ਮਾਲਗੁਡੀ ਡੇਜ਼ ਦੇ ਵਿੱਚ ਨੇ, ਜਾਂ ਫਿਰ ਜਿਹੜਾ ਹੈਗਾ ਡਾਰਕ ਰੂਮ ਦੇ ਕਰੈਕਟਰ ਨੇ। ਸੋ ਜਿਹੜੇ ਇਹ ਜਿੰਨੇ ਵੀ ਕਰੈਕਟਰਸ ਆਪਾਂ ਨੇ ਰੀਡ ਕੀਤੇ ਨੇ ਸਵਾਮੀ ਐਂਡ ਹਿਸ ਫਰੈਂਡਸ ਦੇ, ਇਹ ਜਿਹੜੇ ਕਰੈਕਟਰਸ ਲਏ ਗਏ ਨੇ। ਨੈਕਸਟ ਹੈ ਜੀ ਰਮਨੀ ਐਂਡ ਸਵਿਤਰੀ। ਰਮਨੀ ਐਂਡ ਸਵਿਤਰੀ ਅਪੀਅਰ ਇਨ ਦਾ ਨੋਵਲ ਆਫ, ਜੋ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ ਕਿ ਡਾਰਕ ਰੂਮ ਦੇ ਜਿਹੜੇ ਹੈਗੇ ਕਰੈਕਟਰਸ ਨੇ, ਰਮਨੀ ਹੈ ਜਿਹੜਾ ਕਿ ਮੇਲ ਕਰੈਕਟਰ ਹੈ, ਔਰ ਸਵਿਤਰੀ ਜਿਹੜੀ ਹੈਗੀ ਆ ਫੀਮੇਲ ਕਰੈਕਟਰ ਹੈ, ਹੀਰੋਇਨ ਜਿਹੜੀ ਹੈਗੀ ਆ ਉਸ ਨੋਵਲ ਦੀ ਹੀਰੋਇਨ ਹੈ, ਔਰ ਹਸਬੈਂਡ ਵਾਈਫ ਨੇ ਇਹ।
ਔਰ ਇਹਦੇ ਵਿੱਚ ਜਿਹੜਾ ਹੈਗਾ ਕਿਸ ਦੇ ਵਿੱਚ ਹੋਇਆ ਹੈ, ਸੋ ਪਹਿਲਾਂ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਦਾ ਡਾਰਕ ਰੂਮ ਦੇ ਜਿਹੜੇ ਹੈਗੇ ਨੇ ਇਹ ਕਰੈਕਟਰਸ ਲਏ ਗਏ ਨੇ। ਨੈਕਸਟ ਦੇਖਦੇ ਹਾਂ। ਸੋ ਇਹ ਸੀਗੇ ਸਟੂਡੈਂਟਸ ਅੱਜ ਦੇ ਸਵਾਲ ਜਿਹੜੇ ਕਿ ਆਪਾਂ ਲੈ ਕੇ ਆਏ ਸੀਗੇ। ਸੋ ਇੰਗਲਿਸ਼ ਦੀ ਲਿਟਰੇਚਰ ਦੀ ਸਟੱਡੀ ਹੈ ਜਿਹੜੀ ਕਿ ਇਨ ਪੰਜਾਬੀ ਮੀਡੀਅਮ 'ਚ ਤੁਹਾਨੂੰ ਕਰਵਾਈ ਜਾਵੇਗੀ ਬਹੁਤ ਹੀ ਸਿੰਪਲ ਵੇ ਦੇ ਨਾਲ, ਤਾਂ ਕਿ ਜਿਹੜੀਆਂ ਤੁਹਾਨੂੰ ਹਿਸਟਰੀ ਹੈ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਦੀਆਂ ਜਿਹੜੀਆਂ ਸਿਚੁਏਸ਼ਨਸ ਨੇ ਸਮਝ ਆ ਜਾਣ। ਔਰ ਇਸ ਤਰ੍ਹਾਂ ਦੇ ਹੀ ਕੱਲ ਤੋਂ ਆਪਾਂ ਜਿਹੜੇ ਹੈਗੇ ਨੇ ਸਟਾਰਟ ਕਰਾਂਗੇ ਇਹਨਾਂ ਦੀ ਇੰਡੀਅਨ ਰਾਈਟਰਸ ਦੀ ਸਟੱਡੀ ਨੂੰ, ਔਰ 1 ਬਾਏ 1 ਜਿਹੜੇ ਇੰਡੀਅਨ ਰਾਈਟਰਸ ਤੁਹਾਨੂੰ ਡਿਸਕਸ ਕਰਵਾਏ ਜਾਣਗੇ ਕਲਾਸ ਦੇ ਵਿੱਚ, ਉਹਨਾਂ ਦੀ ਜਿਹੜੀ ਪੂਰੀ ਹਿਸਟਰੀ ਦੀ ਕਰਵਾਈ ਜਾਏਗੀ, ਔਰ ਨਾਲ ਹੀ ਜਿਹੜੇ ਹੈਗੇ ਨੇ ਕੁਐਸਚਨ ਆਨਸਰਸ ਤੁਹਾਨੂੰ ਪੈਨਲ ਤੇ ਕਰਵਾਏ ਜਾਣਗੇ। ਔਰ ਇਸ ਦੇ ਨਾਲ ਹੀ ਜਿਹੜੀ ਹੈਗੀ ਅੱਜ ਦੀ ਵੀਡੀਓ ਨੂੰ ਖਤਮ ਕਰਦੇ ਹਾਂ। ਇਸ ਦੇ ਨਾਲ ਹੀ ਅਗਰ ਤੁਸੀਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਲਾਈਕ ਜ਼ਰੂਰ ਕਰ ਦੇਣਾ, ਕਿਉਂਕਿ ਇਹ ਜਿਹੜੀ ਹੈਗੀ ਆ ਸਾਡੀ ਮੋਟੀਵੇਸ਼ਨ ਦਾ ਕੰਮ ਕਰਦੀਆਂ ਨੇ। ਸੋ ਥੈਂਕ ਯੂ ਵੈਰੀ ਮਚ।